हैं, आपके विचार ही आपको उस तरह का इंसान बनाते हैं। उसके विचार ही तो थे ना, जो उसने एक बार भी नहीं सोचा कि मारना क्यों? का मतलब उसमें स्किल ही नहीं थी बात करने की। शी हैज नॉट लर्न द वे ऑफ कम्युनिकेशन, राइट कम्युनिकेशन। ये सब चीजें सिक मेंटेलिटी बताती हैं। आजकल जो बच्चे पिक्चरों में देखते हैं, इतने सारे वल्गर एपिसोड्स आते हैं, बहुत सारी ऐसी चीजें हैं जो हम विजुअल मीडिया में देखते हैं, जो हमारे बच्चों को बहुत ज्यादा अफेक्ट कर रही हैं, और उसी मेंटालिटी के साथ बच्चे ग्रो। बहुत जरूरी है क्या बच्चे देख रहे हैं, कहाँ देख रहे हैं, किस सोसाइटी में रह रहे हैं, इस पे चेक होना बहुत जरूरी है। बच्चों को अच्छी चीजें सिखाई जाए, बच्चों को अच्छी चीजें दिखाई जाए। ਚਾਹੁੰਦਾ ਕਿ ਪੇਰੈਂਟਸ ਨੂੰ ਵੀ ਇਹ ਚਾਹੀਦਾ ਕਿ ਆਪਣੇ ਬੱਚਿਆਂ ਨਾਲ ਕੋਈ ਇਸ ਤਰ੍ਹਾਂ ਦੀ ਜ਼ਿਆਦਤੀ ਵਾਲਾ ਨਹੀਂ ਕਰਨਾ ਚਾਹੀਦਾ। ਅਗਰ ਉਹਨਾਂ ਦਾ ਮਾਈਂਡ ਕੋਈ ਬਣਦਾ ਕਿ ਹੋਰ ਪਾਸੇ ਅਸੀਂ ਸਾਡਾ ਮੈਰਿਜ ਕਰਨੀ ਹੈ ਜਾਂ ਉਹਨਾਂ ਦੇ ਵਿਚਾਰ ਜ਼ਰੂਰ ਲੈਣੇ ਚਾਹੀਦੇ ਆ, ਉਹਦੇ ਮੁਤਾਬਕ ਹੀ ਸਾਰਾ ਪਲਾਨ ਕਰ। ਵੀ ਲੋਕ ਹੈ ਜੋ ਇਹ ਚੀਜ਼ਾਂ ਇੰਜ਼ਾਮ ਦੇ ਰਹੇ ਨੇ ਉਹ ਬਿਲਕੁਲ ਗਲਤ ਹੈ। ਉਹ ਸਾਰੀ ਦੇਖੋ ਉਸੇ ਗੱਲ ਦੀ ਸਾਈਕੋਲੋਜੀਕਲੀ ਜਿਹੜੇ ਲੋਕ ਹੈ ਵੀਕ ਨੇ, ਮੈਂ ਸਮਝਦਾ ਉਹੀ ਇਹੋ ਚੀਜ਼ਾਂ ਮੈਂ ਚਾਹਾਂਗਾ ਕਿ ਜਿਹੜੇ ਸਾਡਾ ਜੋ ਅੱਜ ਦਾ ਦੌਰ ਹੈ, ਜੋ ਪੇਰੈਂਟਸ ਨੇ ਉਹ ਬੱਚਿਆਂ ਨੂੰ ਬਿਲਕੁਲ ਇਸ ਤਰੀਕੇ ਨਾਲ ਬਿਲਕੁਲ ਉਹਨਾਂ ਨੂੰ ਸਮਝਣ ਵੀ ਉਹਨਾਂ ਨੂੰ। ਸੋ ਅੱਜ ਅਸੀਂ ਇੱਕ ਬਹੁਤ ਹੀ ਸੰਜੀਦਾ ਮੁੱਦੇ ਤੇ ਗੱਲ ਕਰ ਰਹੇ ਹਾਂ, ਸੋਨਮ ਰਾਜਾ ਰਘੁਵੰਸ਼ੀ, ਜੋ ਕਿ ਇੱਕ ਬਹੁਤ ਹੀ ਜ਼ਿਆਦਾ ਕਹਿ ਸਕਦੇ ਹਾਂ ਵਾਇਰਲ ਸਟੋਰੀ ਬਣ ਚੁੱਕੀ ਹੈ। ਤੇ ਇਸ ਵੇਲੇ ਸਾਡੇ ਨਾਲ ਇੰਦਰਪਾਲ ਪਸਰੀਚਾ, ਡਾਕਟਰ ਇੰਦਰਪਾਲ ਪਸਰੀਚਾ ਜੀ ਸਾਡੇ ਨਾਲ ਮੌਜੂਦ ਨੇ। ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਨੇ ਆ ਕਿ ਇਹ ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਬਿਲਕੁਲ ਹੀ ਨਿਰਮਮ ਹੱਤਿਆ ਕੀਤੀ ਗਈ, ਵਿਆਹ ਕਰਾਇਆ ਗਿਆ, ਉਸ ਤੋਂ ਬਾਅਦ ਨਾਲ ਲਿਜਾਇਆ ਗਿਆ, ਹਨੀਮੂਨ ਕਹਿ ਕੇ, ਤੇ ਹਨੀਮੂਨ ਦਾ ਕੀ ਅਸੀਂ ਤਾਂ ਕਹਿ ਸਕਦੇ ਹਾਂ ਕਿ ਪੂਰਾ ਮੌਤ ਦੇ ਮੂੰਹ 'ਚ ਖਿੱਚ ਕੇ ਲੈ ਜਾਂਦੀ ਸੋਨਮ ਰਾਜਾ ਰਘੁਵੰਸ਼ੀ। ਕੀ ਕਹਿਣਾ ਚਾਹੋਗੇ ਸਰ ਇਸ ਮੁੱਦੇ ਤੇ? ਦੇਖੋ ਮੈਂ ਜੋ ਸਮਝਦਾ, ਦੇਖੋ ਪਿਛਲੇ ਦਿਨਾਂ 'ਚ ਅਸੀਂ ਜੋ ਨਿਊਜ਼ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਇੱਕ ਬਹੁਤ ਘਿਨੌਣਾ ਅਪਰਾਧ ਜਿਹੜਾ ਕੀਤਾ ਗਿਆ, ਅੰਜਾਮ ਦਿੱਤਾ ਗਿਆ, ਉਹ ਬਹੁਤ ਮਾੜੀ ਗੱਲ ਹੈ। ਮੈਂ ਜੋ ਸਮਝਦਾ ਕਿ ਇਹ ਜਿਹੜੀ ਵਾਰਦਾਤ ਕੀਤੀ ਗਈ ਹੈ ਜਾਂ ਇਹਦੇ ਪਿੱਛੇ ਜੋ ਵੀ ਸਟੋਰੀ ਹੈ ਸਾਰਾ, ਉਹ ਬਹੁਤ ਗਲਤ ਹੈ। ਦੇਖੋ ਅਗਰ ਸਾਨੂੰ ਪਤਾ ਸੀ ਕਿ ਅਸੀਂ ਇਹ ਨਹੀਂ ਸੀ ਚਾਹ ਰਹੇ ਅਤੇ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ, ਅਤੇ ਮੈਂ ਵੀ ਚਾਹੁੰਦਾ ਕਿ ਪੇਰੈਂਟਸ ਨੂੰ ਵੀ ਇਹ ਚਾਹੀਦਾ ਕਿ ਆਪਣੇ ਬੱਚਿਆਂ ਨਾਲ ਕੋਈ ਇਸ ਤਰ੍ਹਾਂ ਦੀ ਜ਼ਿਆਦਤੀ ਵਾਲਾ ਨਹੀਂ ਕਰਨਾ ਚਾਹੀਦਾ। ਅਗਰ ਉਹਨਾਂ ਦਾ ਮਾਈਂਡ ਕੋਈ ਬਣਦਾ ਕਿ ਹੋਰ ਪਾਸੇ ਅਸੀਂ ਸਾਡਾ ਮੈਰਿਜ ਕਰਨੀ ਹੈ ਜਾਂ ਉਹਨਾਂ ਦੇ ਵਿਚਾਰ ਜ਼ਰੂਰ ਲੈਣੇ ਚਾਹੀਦੇ ਆ, ਉਹਦੇ ਮੁਤਾਬਕ ਹੀ ਸਾਰਾ ਪਲਾਨ ਕਰਨਾ ਚਾਹੀਦਾ। ਬਾਕੀ ਇਹ ਜੋ ਵੀ ਕੀਤਾ ਗਿਆ ਜਾਂ ਇਸ ਤਰ੍ਹਾਂ ਦਾ ਅੰਜਾਮ, ਉਹਨੂੰ ਹੋਰ ਤਰੀਕੇ ਨਾਲ ਵੀ ਉਹਦਾ ਐਂਡ ਕੀਤਾ ਜਾ ਸਕਦਾ ਸੀ। ਮੈਂ ਜੋ ਸਮਝਦਾ ਕਿ ਜਿਹੜਾ ਇੱਥੋਂ ਬਿਲਕੁਲ ਇੱਥੋਂ ਤੱਕ ਜਾਣ ਦੀ ਜ਼ਰੂਰਤ ਨਹੀਂ ਸੀ। ਜਿਹੜਾ ਸਾਰਾ ਕੁਝ ਹੁਣ ਦੇਖੋ ਉਹਦੇ ਨਾਲ ਦੇਖੋ ਜਿਹੜਾ ਅਸੀਂ ਪਾਪ ਕੀਤਾ ਜਾਂ ਅਸੀਂ ਅਪਰਾਧ ਕੀਤਾ, ਦੇਖੋ ਉਹਦੀ ਆਪਾਂ ਸਜ਼ਾ ਵੀ ਹੁਣ ਭੁਗਤਾਂਗੇ। ਅਤੇ ਉਹ ਜੋ ਅਸੀਂ ਲਾਈਫ ਸੋਚੀ ਸੀ ਆਪਾਂ, ਸਾਡੀ ਇਹ ਕਰਨ ਤੋਂ ਬਾਅਦ ਸਾਡੀ ਲਾਈਫ ਇਸ ਤਰ੍ਹਾਂ ਦੀ ਹੋਏਗੀ, ਅਤੇ ਆਪਾਂ ਉਦੋਂ ਤੱਕ ਤਾਂ ਫਿਰ ਵੀ ਨਹੀਂ ਪਹੁੰਚ ਸਕੇ। ਅਤੇ ਮੇਰੇ ਮੁਤਾਬਕ ਇਹਦਾ ਸਾਨੂੰ ਅੰਜਾਮ ਬਿਲਕੁਲ ਅਲੱਗ ਤਰੀਕੇ ਨਾਲ ਸੋਚਣਾ ਚਾਹੀਦਾ ਸੀ। ਅਗਰ ਮੰਨ ਲਓ ਸਾਡਾ ਨਹੀਂ ਮਨ ਸੀ ਤਾਂ ਆਪਾਂ ਉਹਨੂੰ ਉਸ ਤਰੀਕੇ ਨਾਲ ਵੀ ਇਹਨੂੰ ਉਹਦਾ ਰਿਜ਼ੋਲਵ ਕਰ ਸਕਦੇ ਸੀ। ਮੈਂ ਜੋ ਸਮਝਦਾ ਬਹੁਤ ਗਲਤ ਹੋਇਆ। ਕਿਤੇ ਨਾ ਕਿਤੇ ਜਿਹੜੀ ਸਾਈਕੋਲੋਜੀ ਹੈਗੀ, ਇੱਕ ਪਰਸਨ ਟੂ ਪਰਸਨ ਜਿਹੜੀ ਵੇਰੀ ਕਰ ਜਾਂਦੀ ਹੈ, ਉਹ ਵੀ ਕਿਤੇ ਨਾ ਕਿਤੇ ਰੋਲ ਨਿਭਾਉਂਦੀ ਹੈ। ਬਿਲਕੁਲ ਸਾਰਾ ਇਹਦੇ 'ਚ ਸਾਈਕੋਲੋਜੀ ਦਾ ਹੀ ਪਾਰਟ ਹੈ। ਦੇਖੋ ਜਿਹੜੇ ਅਪਰਾਧੀ ਵ੍ਰਿਤੀ ਦੇ ਜਿਹੜੇ ਪਰਸਨ ਹੈਗੇ ਨੇ, ਉਹਨਾਂ ਦੀ ਦੇਖੋ ਸਾਈਕੋਲੋਜੀ ਹੈ ਜਿਹੜੀ ਹੈ ਉਹਨਾਂ ਨੂੰ ਅਪਰਾਧ ਕਰਨ 'ਤੇ ਉਹਨਾਂ ਨੂੰ ਕਰਦੀ ਹੈ, ਮਜਬੂਰ ਕਰਦੀ ਹੈ। ਜਾਂ ਇਸ ਤਰ੍ਹਾਂ ਦੀ ਵ੍ਰਿਤੀ ਜਿਹੜੀ ਬਣ ਜਾਂਦੀ ਹੈ ਕਿ ਅਸੀਂ ਉਹਨਾਂ ਵਾਸਤੇ ਜੋ ਅਸੀਂ ਕਰ ਰਹੇ ਹਾਂ ਸਾਡੇ ਵਾਸਤੇ ਉਹ ਠੀਕ ਹੈ। ਹੁਣ ਜੇ ਇੱਕ ਚੋਰ ਹੈ, ਉਹ ਚੋਰੀ ਕਰ ਰਿਹਾ ਤਾਂ ਉਹਦਾ ਇੱਕ ਉਹ ਸਮਝ ਰਿਹਾ ਕਿ ਮੈਂ ਜੋ ਕਰ ਰਿਹਾ ਠੀਕ ਹੈ, ਉਹਦੇ ਵਾਸਤੇ ਚੋਰੀ ਨਹੀਂ ਹੈ, ਉਹਦੇ ਵਾਸਤੇ ਤਾਂ ਬਿਜ਼ਨਸ ਹੈ। ਜਾਂ ਜਿਹੜੇ ਲੋਕ ਇਸ ਕੰਮ ਵਿੱਚ ਇਨਵੋਲਵ ਹੈਗੇ ਨੇ, ਅਤੇ ਉਹ ਉਹਨਾਂ ਦਾ ਕੰਮ ਹੀ ਇਹੋ ਹੀ ਹੈ ਕਿ ਨਹੀਂ, ਉਹ ਇਸ ਨੂੰ ਆਪਣਾ ਰੋਜ਼ਗਾਰ ਸਮਝਦੇ ਨੇ, ਔਰ ਕਿਤੇ ਨਾ ਕਿਤੇ ਉਹਨਾਂ ਲਈ ਕੋਈ ਭਾਵਨਾਵਾਂ ਨਹੀਂ ਮਾਇਨੇ ਰੱਖਦੀਆਂ, ਕਿਸੇ ਦੀ ਜ਼ਿੰਦਗੀ ਤੱਕ ਮਾਇਨੇ ਨਹੀਂ ਰੱਖਦੀ ਹੈ। ਉਹਨਾਂ ਲਈ ਮਾਇਨੇ ਰੱਖਦਾ ਹੈ ਅਤੇ ਉਹਨਾਂ ਦਾ ਇੱਕ ਟੀਚਾ ਕੀਤਾ ਹੋਇਆ ਕਿ ਹਾਂ ਅੱਜ ਇਸ ਸ਼ਖਸ ਨੂੰ ਦੁਨੀਆ 'ਚੋਂ ਖ਼ਤਮ ਕਰਨਾ। ਪਿਛਲੇ ਦਿਨੀ ਵੀ ਸਰ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਸਟੋਰੀਜ਼ ਨਿਕਲ ਕੇ ਆਈਆਂ। ਕਿਸੇ ਨੇ ਆਪਣੇ ਹਸਬੈਂਡ ਨੂੰ ਟੁਕੜੇ ਕਰਕੇ ਡਰਮ 'ਚ ਪਾ ਦਿੱਤਾ, ਔਰ ਬੜੀਆਂ ਇਸ ਤਰ੍ਹਾਂ ਦੀ ਸਟੋਰੀਜ਼ ਵਾਇਰਲ ਹੋ ਰਹੀਆਂ। ਸੋ ਇੱਕ ਖਾਸ ਮੈਸੇਜ ਜਿਹੜਾ ਸੁਸਾਇਟੀ ਨੂੰ ਜਾਣਾ ਚਾਹੀਦਾ ਹੈ, ਕਿਉਂਕਿ ਸੁਸਾਇਟੀ ਕਿਤੇ ਨਾ ਕਿਤੇ ਇਸ ਮੁੱਦੇ ਤੇ ਅੱਜ ਸੁੱਤੀ ਹੋਈ ਦਿਖਾਈ ਦੇ ਰਹੀ ਹੈ। ਦੇਖੋ ਇਸ ਜਿਹੜਾ ਸਾਡਾ ਸਮਾਜਿਕ ਦੌਰ ਹੈ, ਜਿਸ ਤਰ੍ਹਾਂ ਦੌਰ ਚੱਲ ਰਿਹਾ, ਉਹਦੇ ਵਿੱਚ ਖਾਸ ਕਰਕੇ ਦੇਖੋ ਸਾਡਾ ਮੀਡੀਆ, ਉਹਦਾ ਵੀ ਬਹੁਤ ਵੱਡਾ ਰੋਲ ਹੈ।
ਜਿਹੋ ਜਿਹਾ ਅਸੀਂ ਸਾਰਾ ਕੁਝ ਅਸੀਂ ਮੀਡੀਆ 'ਚ ਦੇਖ ਰਹੇ ਹਾਂ, ਸਾਡੀਆਂ ਪਿਕਚਰਸ ਵੀ ਨੇ, ਸਾਡੀਆਂ ਫਿਲਮਾਂ ਵੀ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਜਿਹੜੀਆਂ ਉਸ ਵਾਸਤੇ ਸਾਨੂੰ ਉੱਧਰ ਸਾਈਡ 'ਤੇ ਲੈ ਕੇ ਜਾਂਦੀਆਂ, ਜਾਂ ਜਿਹੜੇ ਅਪਰਾਧਿਕ ਜਿਹੜੇ ਅਸੀਂ ਜੋ ਮਾਈਂਡਡ ਜਿਹੜੇ ਲੋਕ ਉਹ ਅਸੀਂ ਦੇਖਣ ਤੋਂ ਬਾਅਦ ਜਾਂ ਲੋਕਾਂ ਦੇ ਕਈ ਵੀ ਇਸ ਚੀਜ਼ ਤੋਂ ਵੀ ਪ੍ਰੇਰਿਤ ਨੇ, ਈਵਨ ਆਈਡੀਆਜ਼ ਆਉਂਦੇ ਨੇ। ਤੁਸੀਂ ਦੇਖਿਆ ਵੀ ਹੋਏਗਾ ਵੀ ਕਈ ਜਿਹੜੇ ਸਾਡੇ ਕ੍ਰਿਮੀਨਲ ਫੜੇ ਜਾਂਦੇ ਨੇ ਉਹ ਤੁਹਾਨੂੰ ਬਾਅਦ ਵਿੱਚ ਇਹ ਦੱਸਦੇ ਵੀ ਅਸੀਂ ਇਹ ਚੀਜ਼ ਦੇਖੀ ਸੀ, ਸਾਨੂੰ ਉੱਥੋਂ ਆਈਡੀਆ ਆਇਆ ਵੀ ਅਸੀਂ ਇਸ ਤਰ੍ਹਾਂ ਮਰਡਰ ਕਰ ਸਕਦੇ ਹਾਂ, ਇਸ ਤਰ੍ਹਾਂ 'ਚ ਅਸੀਂ ਫੜੇ ਨਹੀਂ ਜਾਵਾਂਗੇ। ਅਲਟੀਮੇਟਲੀ ਉਹ ਗੱਲ ਆ ਗਈ ਕਿ ਜੇ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਤਾਂ ਐਕਚੁਅਲੀ ਕੋਈ ਨਾ ਕੋਈ ਦੇਖੋ ਜਿਹੜਾ ਕੋਈ ਵੀ ਬਿਲਕੁਲ ਕੋਈ ਨਾ ਕੋਈ ਦੇਖੋ ਜਿਹੜਾ ਅਪਰਾਧਿਕ ਵ੍ਰਿੱਤੀ ਵਾਲਾ ਬੰਦਾ ਉਹ ਜੇ ਸਮਝਦਾ ਵੀ ਹੈ ਕਿ ਮੈਂ ਬੜਾ ਸ਼ਾਤਰ ਦਿਮਾਗ ਦੇ ਨਾਲ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕਰਾਂ, ਉਹ ਅਲਟੀਮੇਟਲੀ ਕੋਈ ਨਾ ਕੋਈ ਸਬੂਤ ਇਸ ਤਰ੍ਹਾਂ ਦੀ ਕੋਈ ਨਾ ਕੋਈ ਸਿਸਟਮ ਬਣੀ ਹੁਣ। ਤੇ ਇਸ ਟਾਈਮ ਜੇ ਅੱਜ ਦੀ ਡੇਟ 'ਚ ਅਗਰ ਪੁਲਿਸ ਚਾਹੇ ਤੇ ਬੜੀ ਜਲਦੀ ਕਿਸੇ ਨੂੰ ਟਰੈਪ ਕੀਤਾ ਜਾ ਸਕਦਾ ਹੈ। ਸਾਡੇ ਕੋਲ ਇੰਨੇ ਜ਼ਿਆਦਾ ਰਿਸੋਰਸਿਸ ਨੇ, ਸਾਡੇ ਕੋਲ ਇੰਨਾ ਸਿਸਟਮ ਹੈ ਕਿ ਕੋਈ ਜ਼ਰੂਰੀ ਕੋਈ ਇਹ ਨਹੀਂ ਹੈ ਕਿ ਕਾਨੂੰਨ ਤੋਂ ਭੱਜ ਸਕਦਾ। ਲੇਕਿਨ ਫਿਰ ਵੀ ਲੋਕ ਹੈ ਜੋ ਇਹ ਚੀਜ਼ਾਂ ਇੰਜ਼ਾਮ ਦੇ ਰਹੇ ਨੇ ਉਹ ਬਿਲਕੁਲ ਗਲਤ ਹੈ। ਉਹ ਸਾਰੀ ਦੇਖੋ ਉਸੇ ਗੱਲ ਦੀ ਸਾਈਕੋਲੋਜੀਕਲੀ ਜਿਹੜੇ ਲੋਕ ਹੈ ਵੀਕ ਨੇ, ਮੈਂ ਸਮਝਦਾ ਉਹੀ ਇਹੋ ਚੀਜ਼ਾਂ ਇੰਜ਼ਾਮ ਦੇ ਰਹੇ ਨੇ। ਤੇ ਮੈਂ ਅੱਗੋਂ ਮੈਂ ਚਾਹਾਂਗਾ ਕਿ ਜਿਹੜੇ ਸਾਡਾ ਜੋ ਅੱਜ ਦਾ ਦੌਰ ਹੈ, ਜੋ ਪੇਰੈਂਟਸ ਨੇ ਉਹ ਬੱਚਿਆਂ ਨੂੰ ਬਿਲਕੁਲ ਇਸ ਤਰੀਕੇ ਨਾਲ ਬਿਲਕੁਲ ਉਹਨਾਂ ਨੂੰ ਸਮਝਣ, ਵੀ ਉਹਨਾਂ ਦੇ ਨਾਲ ਇਨਵੋਲਵ ਵੀ ਰਹਿਣ, ਉਹਨਾਂ ਦੀ ਸਾਈਕੋਲੋਜੀ ਸਮਝਣ, ਉਹਨਾਂ ਨੂੰ ਜਿਸ ਤਰ੍ਹਾਂ ਦਾ ਉਹ ਚਾਹੁੰਦੇ ਨੇ ਉਹਦੇ ਮੁਤਾਬਕ ਉਹਨੂੰ ਢਾਲਣ ਦੀ ਕੋਸ਼ਿਸ਼ ਕਰਨ, ਆਪਣੇ ਵੱਲੋਂ ਉਹਨਾਂ ਨੂੰ ਚੰਗਾ ਜੀਵਨ ਜਿਹੜਾ ਜੀਣ ਦੀ ਉਹਨੂੰ ਜਾਂਚ ਦੇਣ। ਇਹ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਨਾਲ ਇਨ ਟੱਚ ਰਹਿਣਾ, ਬੱਚਿਆਂ ਨੂੰ ਵੱਖਰੇ ਛੱਡ ਕੇ ਗੁਜ਼ਾਰਾ ਨਹੀਂ ਹੈ ਜੋ ਮੈਂ ਸਮਝਦਾ। ਬਹੁਤ ਹੀ ਵਧੀਆ ਸਰ ਨੇ ਸੁਝਾਅ ਦਿੱਤੇ। ਵਾਕਈ ਅੱਜ ਨੀਡ ਆਫ ਆਰ ਹੈ ਪੈਰੈਂਟਸ ਬੱਚਿਆਂ ਨੂੰ ਸਮਝਣ ਤੇ ਬੱਚੇ ਪੈਰੈਂਟਸ ਨੂੰ ਸਮਝਣ, ਇੱਕ ਦੂਜੇ ਨੂੰ ਸਮਝ ਕੇ ਕਿਸੇ ਚੀਜ਼ ਦਾ ਹੱਲ ਹੈ। ਕਿਸੇ ਨੂੰ ਮਾਰ ਕੇ, ਕਿਸੇ ਦਾ ਮਰਡਰ ਕਰਕੇ ਤੁਹਾਨੂੰ ਉਹ ਚੀਜ਼ ਕਦੀ ਅਚੀਵ ਨਹੀਂ ਹੋ ਸਕਦੀ ਜੋ ਤੁਸੀਂ ਸੋਚ ਰਹੇ ਹੋ, ਕਿਉਂਕਿ ਇੱਕ ਜ਼ੁਲਮ ਜਿਹੜਾ ਹੈਗਾ, ਜੇ ਤੁਸੀਂ ਇੱਕ ਜੁਰਮ ਕਰਦੇ ਹੋ ਉਸ ਦੇ ਪਿੱਛੇ 100 ਜਿਹੜੇ ਤੁਹਾਡੇ ਗਵਾਹ ਛੁੱਟ ਜਾਂਦੇ, ਉਹ ਜਿਹੜੀਆਂ ਤੁਹਾਡੇ ਕੋਲੋਂ ਕੀਤੀਆਂ ਹੋਈਆਂ ਗਲਤੀਆਂ ਜਿਹੜੀਆਂ ਬੋਲਦੀਆਂ ਨੇ, ਆਖਿਰ 'ਚ ਦੱਸਦੀਆਂ ਨੇ ਕਿ ਇੱਥੇ ਤੁਹਾਡੀ ਗਲਤੀ ਸੀ ਔਰ ਤੁਸੀਂ ਇਹ ਚੀਜ਼ ਕੀਤੀ ਹੈ, ਉਹ ਸਭ ਸਾਹਮਣੇ ਜ਼ਰੂਰ ਨਿਕਲ ਕੇ ਆਉਂਦਾ। ਸੋ ਇਸੇ ਤਰ੍ਹਾਂ ਨਾਲ ਹੋਰ ਵੀ ਗੱਲਾਂ ਕਰਦੇ ਰਹਾਂਗੇ, ਤੁਹਾਡੇ ਨਾਲ ਜੁੜਦੇ ਰਹਾਂਗੇ, ਹੋਰ ਵੀ ਲੋਕਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸੋਨਮ ਰਾਜਾ ਰਘੁਵੰਸ਼ੀ ਦੀ ਜਿਹੜੀ ਇਹ ਕਹਿ ਸਕਨੇ ਆ ਜੋ ਉਹਨਾਂ ਵਜੋਂ ਕੀਤਾ ਗਿਆ, ਉਸ ਵਜੋਂ ਕੀਤਾ ਗਿਆ, ਉਸ ਦੀ ਪ੍ਰਵਿਰਤੀ ਨੂੰ ਕਿੱਦਾਂ ਹੋਰ ਵੀ ਲੋਕੀ ਅਪਣਾ ਵੀ ਸਕਦੇ ਤੇ ਉਹਨਾਂ ਨੂੰ ਅਪਣਾਉਣ ਤੋਂ ਰੋਕਿਆ ਵੀ ਜਾ ਸਕਦਾ। ਇਹ ਸਾਰਿਆਂ ਉੱਤੇ ਵਿਚਾਰ ਵਟਾਂਦਰਾ ਅਸੀਂ कर रहे हैं और करते रहेंगे। रोल निभाता है आपकी परवरिश, आपकी सराउंडिंग्स, आपके जो फ्रेंड सर्किल है, आपका जो वर्किंग एरिया है, वो बहुत बड़ा रोल निभाता है कि आप किस तरह के विचारों में पल रहे हैं। आपके विचार ही आपको उस तरह का इंसान बनाते हैं। उसके विचार ही तो थे ना, जो उसने एक बार भी नहीं सोचा कि मारना क्यों है बेकसूर को, कि मैं कोई और बात कर लूं, किसी फ्रेंड से बात कर लेती कि भाई मुझे नहीं पसंद है तो आप ये बात मेरी वहां तक पहुंचा दो। कहने का मतलब उसमें स्किल ही नहीं थी बात करने की। शी हैज नॉट लर्न द वे ऑफ कम्युनिकेशन, राइट कम्युनिकेशन, एंड दिस वी हैव टू टीच आवर किड्स कि राइट कम्युनिकेशन क्या होती है। एक और एंगल जो निकल के आ रहा है इस स्टोरी में से वो ये कि उस सोनम राजा रघुवंशी ने जाने से पहले सारे के सारे गहने इकट्ठे किए। सास के पूछने पर कि ये क्यों लेकर जा रही हो तो उन्होंने कहा कि मैं फ़ोटोशूट करूंगी वहाँ पे। हस्बैंड से भी बोला कि आप अपनी सोने की चेन और मुंदरी पहन लीजिए। तो क्या आप कैसे देखते हैं कि वो लोभी, लालच, कहीं ना कहीं उनको ऐसे लग रहा था कि पहले से प्री प्लान था कि ये जो सोना वगैरह जितना भी उन पर चढ़ेगा वो सब लेकर भागेंगी और जिस तरह से मौत के घाट उतारना ही उनको सही विकल्प लगा। देखिए ये तो इमेच्योरिटी शो होती है कि उसको क्या इतना नहीं पता था कि अगर मैं मर्डर करूंगी तो क्या पुलिस बेवकूफ़ है जो पकड़ी नहीं जाएगी। आखिर तो इंडिया में ही रहना था, इंडिया से बाहर भी जाती पकड़ी तो जाती वो, इतनी उसकी समझ ही नहीं थी। दैट शोज द इमेच्योर माइंड ऑफ हर। उसका माइंड इमेच्योर था, वो इस बात को समझ ही नहीं पाई। और रह गई बात लालच की, तो जो उसके दिमाग में चल रहा था कि मार के मैं सारे गहने वगैरह ले जाऊंगी क्योंकि आगे उसने भागना था या जो भी करना था तो कैसे रहती, तो एक तरह से उसने अपनी आगे की फ्यूचर प्लानिंग कर ली थी कि गहने वगैरह रहेंगे तो वो जितने टाइम उसको काम नहीं मिलेगा या कहीं भी वो भागेगी, जो भी करेगी वो गुजारा कर लेगी। ये सब चीज़ें सिक मेंटालिटी बताती हैं। आजकल जो बच्चे पिक्चरों में देखते हैं, इतने सारे वल्गर एपिसोड्स आते हैं, बहुत सारी ऐसी चीज़ें हैं जो हम विजुअल मीडिया में देखते हैं जो हमारे बच्चों को बहुत ज़्यादा अफेक्ट कर रही हैं और उसी मेंटालिटी के साथ बच्चे ग्रो कर रहे हैं। तो यू वांट से कि एक पेरेंट्स का बच्चों पर चेक होना बहुत ज़रूरी है। क्या बच्चे देख रहे हैं, कहाँ देख रहे हैं, किस सोसाइटी में रह रहे हैं, इस पे चेक होना बहुत ज़रूरी है। बच्चों को अच्छी चीज़ें सिखाई जाएँ, बच्चों को अच्छी चीज़ें दिखाई जाएँ। और मैं तो ये कहूँगी कि ये जो हमारा सिनेमा जगत है ना,
इसने पूरे संसार का बेड़ा गर्क कर दिया। जी 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 क्यों? क्योंकि जो वो देखते हैं, आप देख रहे हैं कि वहां पे रिलेशंस की कोई वैल्यू नहीं है, जी कपड़े पहनने की उनको अक्ल नहीं है, जी और जो दिखता है वो बिकता है। आज हमारी लड़कियां या लड़के महात्मा गांधी, सुभाष चंद्र बोस को फॉलो नहीं करते। जी 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 आज वो फॉलो करते हैं जितने हमारे एक्टर्स हैं, वो चाहे जितने भी मेंटल हो, उनके लिए वो फैशन स्टेटमेंट बन जाता है। तो आई थिंक दिस इज द रिस्पॉन्सिबिलिटी ऑफ द विजुअल मीडिया कि वो हमें अच्छा सामान परोसे, ताकि हम अपनी नेक्स्ट जनरेशन को अच्छी चीज सिखा सकें। एंड इट्स माय रिक्वेस्ट दैट कि विजुअल मीडिया जो है जी हमारा, उसको बहुत सुधरना होगा, उस पर हमें कंट्रोल करना होगा। जी। देखिए, जब आप अच्छी चीजें देखते हैं, जैसे हम मान लीजिए कोई पेट्रियोटिक मन चंगा और कहते भी हैं कि- जैसा देखेंगे जी 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 तो वैसा ही आपके दिमाग पे इम्पैक्ट पड़ेगा। आप देखेंगे कि एक सिनेमा में एक लड़की जो है वो बिल्कुल ही छोटे से कपड़े पहन के घूम रही है, तो आपकी बच्चियां कल को कहती हैं कि मम्मा इट्स नॉर्मल न्यू, न्यू नॉर्मल इट्स नॉर्मल न्यू, व्हाट्स व्हाई यू आर नॉट अलाउिंग मी। जी 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 तो जो वो देखते हैं जी वो करते हैं, ये 100% सच है, सच्चाई समझ- 100% साइकोलॉजी है। आज हम देशभक्ति के गाने सुनेंगे, आज हम अच्छी चीजें देखेंगे, हमारे बच्चे भी उसी को फॉलो करेंगे, तो इसका बहुत बड़ा इम्पैक्ट पड़ता है। और ये जो आज की जनरेशन बिगड़ रही है, ये सब विजुअल मीडिया का इफेक्ट है। मैं तो यही मानती हूँ, किसी और की क्या राय है मुझे नहीं पता। फ्रॉम माई पॉइंट ऑफ व्यू, एज ए पेरेंट, एज ए डॉक्टर, इट्स ऑल इफेक्ट ऑफ द विजुअल मीडिया। जी सो जिस तरह से मैंने पहले भी कहा, मन चंगा सब चंगा, मन चंगा जग चंगा, और उसी तरह से मैम भी यही कहना चाह रहे हैं कि अगर आपके दिल पर ऐसी छाप छोड़ी जाएगी कि आपको वो दिखाया जाए जो देखना चाहिए, इंस्टेड ऑफ व्हाट दिस टुडे, अगर हम आज की फिल्म इंडस्ट्री की बात करें, जो दिखाया जा रहा है वो कहीं ना कहीं हम सब के दिल पर छाप छोड़ रहा है। और इस तरह के ये जो एपिसोड्स होते हैं, जो घटनाएं होती हैं, जो इंसिडेंट्स होते हैं, कहीं ना कहीं ऐसी फिल्मों पर आधारित और लोगों को इंस्पिरेशंस मिलती हैं कि यहाँ से ऐसे कुछ किया जा सकता है। इसी तरह से और भी जो वार्तालाप है जारी रहेगा। आई रियली वांट टू थैंक यू मैम फॉर गिविंग इनसाइट कि आपको क्या लगता है किस वजह से ऐसी जो प्रवृत्ति है बढ़ती जा रही है। थैंक यू सो मच। थैंक यू वेरी मच। थैंक यू।